ਕੇਂਦਰ ਸਰਕਾਰ ਵੱਲੋਂ ਦੇਸ਼ ਦੇ 2 ਜਨਤਕ ਖੇਤਰਾਂ ਦੇ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਅੱਜ ਬੈਂਕ ਸਪਲਾਈ ਯੂਨੀਅਨਸ ਅੱਜ ਤੋਂ 2 ਦਿਨਾਂ ਹੜਤਾਲ ਤੇ ਨੇ। ਇਸ ਦੇ ਤਹਿਤ ਸਾਰੇ ਪਬਲਿਕ ਸੈਕਟਰ ਦੇ ਬੈਂਕਾਂ ਨੂੰ ਬੰਦ ਰੱਖਿਆ ਗਿਆ ਹੈ ਅਤੇ ਬੈਂਕ ਕਰਮਚਾਰੀ ਹੜਤਾਲ ਕਰ ਰਹੇ ਨੇ। ਇੱਕ ਅਨੁਮਾਨ ਮੁਤਾਬਕ ਇਸ ਹੜਤਾਲ ਦੇ ਵਿੱਚ ਦੇਸ਼ ਭਰ ਦੇ 10 ਲੱਖ ਦੇ ਕਰੀਬ ਕਰਮਚਾਰੀ ਸ਼ਾਮਲ ਹੋਣਗੇ। ਇਸ ਦੇ ਚੱਲਦਿਆਂ ਪਟਿਆਲਾ ਵਿੱਚ ਵੀ ਹੜਤਾਲ ਦਾ ਅਸਰ ਵੇਖਣ ਨੂੰ ਮਿਲਿਆ। ਲੇਕਿਨ ਇਸ ਦੌਰਾਨ SBI ਦੀ ਮੁੱਖ ਬ੍ਰਾਂਚ ਵਿੱਚ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਨਾਲ ਕੁਝ ਬੈਂਕ ਕਰਮਚਾਰੀਆਂ ਦੇ ਵੱਲੋਂ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਨੂੰ ਉੱਥੇ ਵੀਡੀਓਗ੍ਰਾਫੀ ਕਰਨ ਤੋਂ ਰੋਕਿਆ ਗਿਆ ਸੀ, ਜਿਸ ਤੇ ਸਖਤ ਸ਼ਬਦਾਂ ਵਿੱਚ ਮੀਡੀਆ ਕਰਮੀਆਂ ਨੇ ਇਤਰਾਜ਼ ਜਤਾਇਆ। ਇਸ ਉੱਤੇ ਬੈਂਕ ਕਰਮਚਾਰੀਆਂ ਦੇ ਲੀਡਰਾਂ ਨੇ ਵੀ ਬੈਂਕ ਕਰਮਚਾਰੀਆਂ ਦੀ ਇਸ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। सरकारी बैंकों को प्राइवेट करने जा रही है केंद्र सरकार, उसके खिलाफ पिछले 25 दिनों तो रोस प्रदर्शन कर रहे हैं और अज 15 और 16 मार्च 2 दिन की साडी कंप्लीट स्ट्राइक है। देश भर दे विच 10 लाख ऑफिसर इंपलॉय जिहड़े सरकारी बैंकों के अज स्ट्राइक ते हैं और कंप्लीट मुकम्मल स्ट्राइक है। इक्को साडी मंग है भी जिहड़े सरकारी बैंक है ये लोगों की सेवा लई आम आदमी के बेनीफिट वास्ते बने सीगे और इन्हां नूं प्राइवेट हत्थां दे विच दे के सरकार देश का बेड़ा गर्क कर रही है। ਤੁਸੀਂ ਦੇਖਿਆ ਹੋਊਗਾ ਪਿਛਲੇ 6-7 ਸਾਲ ਤੋਂ ਜਦ ਤੋਂ ਕੇਂਦਰ ਦੇ ਵਿੱਚ ਮੋਦੀ ਜੀ ਦੀ ਸਰਕਾਰ ਆਈ ਹੈ, ਜਿੰਨੀ ਵੀ ਸਕੀਮਾਂ ਹੈਗੀਆਂ ਸਰਕਾਰ ਦੀਆਂ ਉਹ ਸਰਕਾਰੀ ਬੈਂਕਾਂ ਦੇ ਥਰੂ ਲਾਗੂ ਕੀਤੀ ਗਈਆਂ। ਚਾਹੇ ਉਹ ਜਨ ਧਨ ਯੋਜਨਾ ਸੀ, ਚਾਹੇ ਡਾਇਰੈਕਟ ਬੈਂਕ ਟ੍ਰਾਂਸਫਰ ਸੀ, ਚਾਹੇ ਗੈਸ ਦੀ ਸਬਸਿਡੀ ਸੀ ਜਾਂ ਨੋਟਬੰਦੀ ਦੇ ਦੌਰਾਨ ਤੁਸੀਂ ਦੇਖਿਆ ਹੋਊਗਾ ਕਿ ਰਾਤ ਤੱਕ ਬੈਂਕ ਵਾਲਿਆਂ ਨੇ ਬਹਿ ਕੇ ਦੇਸ਼ ਦੀ ਸੇਵਾ ਕੀਤੀ ਹੈ। ਮੈਂ ਇੱਥੇ ਤੱਕ ਹੜਤਾਲ ਕੀਤੀ ਹੈ ਲੇਕਿਨ ਅੰਦਰ ਕਰਮਚਾਰੀ ਮੀਡੀਆ ਕਰਮੀ ਕਵਰੇਜ ਕਰਨ ਜਾਂਦੇ ਉਹਨਾਂ ਨਾਲ ਹੱਥਾਪਾਈ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਇਹ ਇਨਸੀਡੈਂਟ ਸਾਡੇ ਸੰਗਿਆਨ ਦੇ ਵਿੱਚ ਹਲੇ ਨਹੀਂ ਆਇਆ। मैं अपनी जी एजिटेशन है इस गल ते की कहूँगा मीडिया नूं की कवरेज करन तो मीडिया देखो देश दे विच मीडिया स्वतंत्र है और मीडिया किसी भी तरह की कवरेज कर सकता है और इस तरह की जे कोई घटना हुई है तो वो मंदभागी है। दूजी गल ये है कि तुसीं देखा होगा कोरोना के दौरान जदों पूरा देश बंद सीगा, लॉकडाउन सी कंप्लीट, तां भी सरकारी बैंक खुले सीगे और पूरी स्ट्रेंथ के नाल सरकारी बैंकों ने काम किया। जदों कंप्लीट करफ्यू लग्या होया सीगा उस दौरान भी बैंक खुले सीगे और आम लोगों की सेवा कर रहे सी। ਅੱਜ देश ਦੇ ਵਿੱਚ ਇਹ ਹਾਲਾਤ ਬਣੇ ਹੈ ਕਿ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦਾ ਕਿ ਅਸੀਂ ਪੁਰਜ਼ੋਰ ਵਿਰੋਧ ਕਰ ਰਹੇ ਹਾਂ ਔਰ ਅਸੀਂ ਇਸ ਤਰੀਕੇ ਨਾਲ ਸਾਡੀ ਐਜੀਟੇਸ਼ਨ ਚੱਲ ਰਹੀ ਹੈ। ਅੱਜ 2 ਦਿਨ ਦੀ ਸਟ੍ਰਾਈਕ ਹੈ। ਜੇ ਸਰਕਾਰ ਸਾਡੀ ਮੰਗ ਨਹੀਂ ਮੰਨੂਗੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਨਡੈਫੀਨਿਟ ਸਟ੍ਰਾਈਕ ਕਰਨੀ ਵੀ ਜਾਵਾਂਗੇ। ਉੱਥੇ ਲੁਧਿਆਣਾ ਦੇ ਬੈਂਕ ਕਰਮਚਾਰੀਆਂ ਵੱਲੋਂ ਲੁਧਿਆਣਾ ਦੇ ਭਾਰਤ ਨਗਰ ਚੌਕ ਨਜ਼ਦੀਕ ਭਾਰੀ ਇਕੱਠ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਗਾਇਆ ਗਿਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹੇ ਕਦਮ ਚੁੱਕ ਰਹੀ ਹੈ। ਪ੍ਰਦਰਸ਼ਨ ਕਰ ਰਹੇ ਬੈਂਕ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਜਨਤਕ ਖੇਤਰ ਦੇ ਸਾਰੇ ਬੈਂਕਾਂ ਦਾ ਹੌਲੀ-ਹੌਲੀ ਨਿੱਜੀਕਰਨ ਕਰਨਾ ਚਾਹੁੰਦੀ ਹੈ, ਜਿਸ ਦਾ ਅਸਰ ਦੇਸ਼ ਦੇ ਆਮ ਲੋਕਾਂ ਤੇ ਪਏਗਾ। ਇਹ ਸਭ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। मैं नरकेसर राय ऑर्गेनाइज सैकटरी पंजाब बैंक एम्पलॉयज़ फेडरेशन तो UFBU के बैनर थले अज आप 2 दिन की हड़ताल जो बैंक मुलाजम करन जा रहे हैं। वो जो फाइनेंस मिनिस्टर की स्टेटमेंट इस साल के बजट में आई है कि 2 सरकारी बैंकों को प्राइवेटाइज करन जाने की कोशिश की जा रही है। असी इस प्राइवेटाइजेशन सरकार के इस प्राइवेटाइजेशन मूव के अगेंस्ट 2 दिन की हड़ताल असी रखी है। ये लंबी संघर्ष है जी, लंबी लड़ाई है। हाले असी 2 दिन की हड़ताल रखी है। आने वाले समय जो सरकार अपने पॉलिसीज़ नूं डिसीजनस नूं वापस नहीं लेगी तो साडा संघर्ष होर तिखा होएगा। इस तो ज़्यादा ये मोदी सरकार की नीति है जी, जो आप सारे जान रहे हैं कि जो NDA सरकार है शुरू तो ही प्रो कॉरपोरेट रही है। ਵੱਡੇ ਘਰਾਣਿਆਂ ਲਈ ਇਹ ਸਰਕਾਰ ਬਣੀ ਹੋਈ ਹੈ। ਆਮ ਲੋਕਾਂ ਦੇ ਹਿੱਤਾਂ ਦੇ ਵਿੱਚ, ਆਮ ਲੋਕਾਂ ਦੇ ਹੱਕਾਂ ਦੇ ਵਿੱਚ ਕੋਈ ਪਾਲਿਸੀਜ਼ ਨਹੀਂ ਬਣਾਈਆਂ ਜਾ ਰਹੀਆਂ। ਐਸੀ ਰੀਜ਼ਨਸ ਦੇ ਕਾਰਨ ਜੋ ਪਬਲਿਕ ਸੈਕਟਰ ਦੇ ਅਦਾਰੇ ਨੇ ਉਹ ਸਾਰੇ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਤਾਂ ਉਹਦੇ ਪ੍ਰਾਈਵੇਟਾਈਜੇਸ਼ਨ ਦੇ ਅਗੇਂਸਟ ਅਸੀਂ ਸੰਘਰਸ਼ ਕਰ ਰਹੇ ਹਾਂ। ਦੇਖੋ ਮੈਂ ਇਹ ਵੀ ਜਾਣਦਾ ਕਿ ਅੱਜ 2 ਦਿਨ ਦੀ ਹੜਤਾਲ ਦੇ ਕਾਰਨ ਆਮ ਜਨਤਾ ਨੂੰ ਵੀ ਥੋੜੀ ਪ੍ਰੋਬਲਮ ਫੇਸ ਹੋਏਗੀ, ਬਟ ਇਹ ਜਿਹੜਾ ਸੰਘਰਸ਼ ਹੈ ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਆਮ ਜਨਤਾ ਨੂੰ ਵੀ ਕਹਿਣਾ ਚਾਹੁੰਦਾ, ਅਸੀਂ ਸਿਰਫ ਆਪਣੇ ਲਈ ਸੰਘਰਸ਼ नहीं लड़ रहे, ਅਸੀਂ ਤੁਹਾਡੇ ਲਈ ਵੀ ਸੰਘਰਸ਼ लड़ रहे हैं। ਅਸੀਂ ਜਿਹੜੀ 2 दिन ਦੀ ਹੜਤਾਲ ਆਪਣੀ ਤਨਖਾਹਾਂ ਕਟਵਾ ਕੇ ਹੜਤਾਲ ਤੇ ਗਏ ਹੈਗੇ ਆ ਤਾਂ ਇਹ ਜਿਹੜੀ ਪਬਲਿਕ ਸੈਕਟਰ ਆਮ ਲੋਕਾਂ ਦਾ ਸੈਕਟਰ ਹੈ, ਆਮ ਗਰੀਬ ਆਦਮੀ ਦਾ ਸੈਕਟਰ ਹੈ। ਲੋਕਾਂ ਨੂੰ ਥੋੜਾ ਜਿਹਾ ਆਮ ਜਨਤਾ ਨੂੰ ਇਸ ਚੀਜ਼ ਦਾ ਥੋੜੀ ਜਿਹੀ ਪ੍ਰੋਬਲਮ ਫੇਸ ਹੋਏਗੀ, ਬਟ ਉਹਨਾਂ ਨੂੰ ਰਿਕੁਐਸਟ ਕਰਦੇ ਆ ਇਸ ਲੜਾਈ ਦੇ ਵਿੱਚ ਸਾਡੇ ਨਾਲ ਖੜਨ, ਕਿਉਂਕਿ ਪ੍ਰਾਈਵੇਟਾਈਜੇਸ਼ਨ ਜਿਹੜੇ ਇਫੈਕਟ ਹੈ ਉਹ ਸਿਰਫ ਸਾਡੇ ਉੱਪਰ ਨਹੀਂ ਪੈਣੇ, ਉਹ ਆਮ ਲੋਕਾਂ ਦੇ ਉੱਪਰ ਹੀ ਪੈਣਗੇ। ਚਾਹੇ ਉਹ ਸਰਵਿਸ ਚਾਰਜਿਸ ਇਨਕਰੀਜ਼ ਕਰਕੇ ਹੋਣਗੇ, ਜੋ ਐਗਰੀਕਲਚਰ ਲੋਨ ਆ ਉਹ ਵੀ ਘੱਟ ਦਿੱਤੇ ਜਾਣਗੇ, ਐਜੂਕੇਸ਼ਨ ਲੋਨ ਜੋ ਸਿਰਫ ਪਬਲਿਕ ਸੈਕਟਰ ਹੀ ਕਰ ਰਿਹਾ, ਕੋਈ ਪ੍ਰਾਈਵੇਟ ਸੈਕਟਰ ਨਹੀਂ ਕਰ ਰਿਹਾ, ਉਹਦੇ ਲਈ ਲੜਾਈ ਲਿੱਤੀ ਹੈ। ਮੇਰੀ ਆਮ ਜਨਤਾ ਨੂੰ ਵੀ ਅਪੀਲ ਹੈ ਕਿ ਸਾਡੇ ਸੰਘਰਸ਼ ਦੇ ਸਾਡੇ ਨਾਲ ਜੁੜਨ।
देखिए मोस्टली ਜਿਹੜੀ NPS ਅਕਾਊਂਟਸ ਨੇ ਉਹ ਵੱਡੇ ਘਰਾਣਿਆਂ ਦੇ ਅਕਾਊਂਟਸ ਨੇ ਜੋ ਕਿ ਵਿਲਫੁਲ ਡਿਫਾਲਟਰ ਦੀ ਲਿਸਟ ਦੇ ਵਿੱਚ ਆਉਂਦੇ ਨੇ। ਜੇ ਸਰਕਾਰ ਚਾਹਵੇ ਤਾਂ ਇਹਨਾਂ ਵਿਲਫੁਲ ਡਿਫਾਲਟਰਾਂ ਦੇ ਅਗੇਂਸਟ ਇੱਕ ਕਾਨੂੰਨ ਵੀ ਬਣਾ ਸਕਦੀ ਹੈ। ਕ੍ਰਿਮੀਨਲ ਅਸੀਂ ਤਾਂ ਸ਼ੁਰੂ ਤੋਂ ਹੀ ਮੰਗ ਕਰਦੇ ਹਾਂ ਕਿ ਵਿਲਫੁਲ ਡਿਫਾਲਟਰਾਂ ਦੇ ਅਗੇਂਸਟ ਇੱਕ ਕਾਨੂੰਨ ਲਿਆ ਜਾਵੇ ਜਿਹਨਾਂ ਕਰਕੇ ਇਹਨਾਂ ਦੀ ਵਿਲਫੁਲ ਡਿਫਾਲਟ ਹੋਣ ਦੀ ਜਿਹੜੀ ਮਨਸ਼ਾ ਬਿਲਕੁਲ ਦੂਰ ਹੋ ਜਾਵੇ। मैं ਤੁਹਾਨੂੰ ਪਹਿਲਾਂ ਵੀ ਇਸ ਚੀਜ਼ ਨੂੰ ਦੱਸਿਆ ਹੈ ਇਹ ਹਾਲੇ 2 ਦਿਨ ਦੀ ਹੜਤਾਲ ਹੈ। ਅਸੀਂ ਸੰਘਰਸ਼ ਬਹੁਤ ਲੰਬਾ ਚੱਲੇਗਾ। ਜੇ ਸਰਕਾਰ ਆਪਣੀ ਨੀਤੀਆਂ ਨੂੰ ਵਾਪਸ ਨਹੀਂ ਲੈਗੀ ਸਾਡਾ ਸੰਘਰਸ਼ ਹੋਰ ਤਿੱਖਾ ਤੋਂ ਤਿੱਖਾ ਹੁੰਦਾ ਜਾਏਗਾ। हरप्रीत कौर हूँ मैं बैंक ऑफ इंडिया से। बैंक की आज स्ट्राइक है। देश भर के बैंकों में 10 लाख हमारे बैंक एम्प्लॉयज़ हैं जो धरने पे बैठे हैं, डेमोन्स्ट्रेशंस कर रहे हैं। भारत सरकार की जो इन्होंने पॉलिसी बना रहे हैं डिसइन्वेस्टमेंट और प्राइवेटाइजेशन की, उसके विरोध के लिए हम लोग यहाँ पे इकट्ठे हुए हैं। आज और कल दोनों दिन हम लोग बैंक स्ट्राइक्स पे रहेंगे। लगातार धरने प्रदर्शन किए जाते हैं फिर भी कोई मंग नहीं बनी जाती, फिर बैंक निजीकरण हो। प्राइवेटाइजेशन हम अपना संघर्ष जारी रखेंगे जब तक हमारी मांगें पूरी नहीं होती हैं। हम चाहते हैं कि कोई भी बैंक निजीकरण के चंगुल में ना फंसे। इससे आम जनता का सबसे ज़्यादा नुकसान होगा। जो आम तबके का निजी लोअर लेवल का जो तबका है, व्यापारी है और किसान है, वो सब इसमें मारे जाएंगे। उनको बैंकों से जो लोन की सहूलतें मिलती हैं कम ब्याज पे, कम रेट ऑफ इंटरेस्ट में, प्रोसेसिंग चार्जेस कम होते हैं, वो प्राइवेट बैंक से नहीं मिलेंगे उन्हें। जो आम इंसान है, जो लोअर तबके का जनता है, वो प्रेफर करती है पब्लिक सेक्टर बैंक्स में जाने की, ना कि प्राइवेट सेक्टर बैंक्स में जाने की। ना उनके पास इतना पैसा होता है कि 10,000 रुपये दे के वो प्राइवेट सेक्टर के बैंक्स में अपना खाता खुलवा सकें। तो वो करते हैं, कोशिश करते हैं कि वो पब्लिक सेक्टर को ही प्रेफरेंस देते हैं। सरकार कहती है एनपीए हो रहे हैं बैंक में, इसलिए हम प्राइवेटाइजेशन की तरफ बढ़ रहे हैं। देखिए, एनपीए होने के पीछे प्राइवेटाइजेशन से एनपीए कम नहीं होगा। जो नीतियां लागू हुई हैं डीमोनेटाइजेशन के टाइम, आप देखिएगा सबसे ज़्यादा नुकसान निचले वर्ग के व्यापारी को, खुदरा वर्ग के व्यापारी को हुआ था और उसी की वजह से अभी तक वो लाइन में नहीं आ पाए, प्रोग्रेस नहीं कर पाए हैं। फिर ये कोरोना का काल आ गया, तो ये एनपीए होने का जिम्मेवार बैंक नहीं है, ये गवर्नमेंट की पॉलिसीज़ हैं। और जो हो रहा है वो एनपी के जिम्मेदार बैंक कर्मचारी कैसे हो सकते हैं? हम लोग तो कोशिश करते हैं, हमारे तो बैंक ऑफिसर संडे को भी जाके रिकवरी करते हैं, कैंप्स लगाते हैं। हमारे यहाँ से जी तोड़ मेहनत की जाती कि एनपीए ना हो, परंतु बंदे की जेब ही अगर नहीं देती है साथ, तो उसमें बैंक क्या कर लेगा बताइए। निजीकरण वो करना चाहती है ताकि वो अपने जो पैसे हैं डिसइन्वेस्टमेंट करके वो निजी हाथों में दे सके, कॉरपोरेट हाथों में दे सके। हमें समझ में नहीं आता है बैंकों को निजीकरण करने से भारत सरकार क्या लाभ कमाना चाहती है। अभी कितने जो रेल है अंबानी और अडानियों को दे दिया गया है, एयरवेज हैं वो दे दिया गया है। इन सब चीज़ों से देश का विकास तो नहीं हो सकता ना। भारत का विकास तो उसमें है जब आम गरीब जनता विकास करे, जब आम जनता अपना आम व्यापारी विकास करे, उसकी भलाई हो तभी देश फ्लरिश करेगा। इसलिए हम चाहते हैं कि निजीकरण नहीं होना चाहिए। ਕਾਮਰੇਡ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 10 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇ ਅਧਿਕਾਰੀ 2 ਦਿਨਾਂ ਦੀ ਹੜਤਾਲ ਦੇ ਉੱਤੇ ਆ। ਇਹ ਹੜਤਾਲ ਜੋ ਫਾਈਨਾਂਸ ਮਿਨਿਸਟਰ ਨੇ ਅਨਾਉਂਸ ਕੀਤਾ ਵੀ 2 ਬੈਂਕ ਜਿਹੜੇ ਨੇ ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾਊਗਾ, ਉਸ ਦੀ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ। ਇਹ ਲੜਾਈ ਇੱਕ ਦੇਸ਼ ਭਗਤੀ ਦੀ ਲੜਾਈ ਆ। ਬੈਂਕ ਕਰਮਚਾਰੀ ਦਾ ਆਪਣਾ ਕੋਈ ਨਿੱਜੀ ਸਵਾਰਥ ਨਹੀਂ। ਇਸ ਲਈ 2 ਦਿਨਾਂ ਦੀ ਹੜਤਾਲ ਪੈਸੇ ਕਟਾ ਕੇ ਅਸੀਂ ਜਿਹੜੀ ਹੜਤਾਲ ਕਰ ਰਹੇ ਹਾਂ, ਕਿਉਂਕਿ ਇਹ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਨਾ ਇਸ ਕਰਕੇ ਕਰ ਰਹੇ ਆ ਜਿਹੜਾ ਲੋਕਾਂ ਦਾ ਬੜੇ ਧਨਾੜ बैंकों का कर्ज नहीं मोड़ रहे, उन्होंने लोगों को बैंक बेचन जा रहे हैं, उन्होंने लोगों को प्राइवेट हत्थों के विच ये पहला डिफाल्टर सी बैंकों को प्राइवेट हत्थों तो लैके पब्लिक सैक्टर किया गया। देश की डिवेलपमेंट हुई, ग्रीन रेवोल्यूशन आया, वाइट रेवोल्यूशन आया, इंफ्रास्ट्रक्चर बढ़िया, पर इन्होंने बैंकों को पुट्ठा गेड़ दे के किया जा रहा। हिंदुस्तान का बैंक कर्मचारी अधिकारी ते समुची जनता जी इस चीज़ बर्दाश्त नहीं करेगी। सब तो ज़्यादा नुकसान एक गरीब मजदूर मुलाजम छोटे बिजनेसमैन होना है। इस करके मेरी उन्होंने बेनती है साडे नाल मोढे नाल मोढा ला के साडी लड़ाई साथ दें।
ਅਗਲਾ ਕਦਮ ਇਸ ਲੜਾਈ ਨੂੰ ਹੋਰ ਤਿੱਖਾ ਅਣਮਿੱਥੇ ਸਮੇਂ ਲਈ ਵੀ ਕੀਤਾ ਜਾ ਸਕਦਾ। ਲਗਾਤਾਰ ਕਿਹੜੀ ਮਤਲਬ ਬੈਂਕ ਬੰਦ ਕੀਤੇ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਸਮਝ ਲੈਣਾ ਚਾਹੀਦਾ, ਉਹਨਾਂ ਦੀ ਲੜਾਈ ਅਸੀਂ ਲੜ ਰਹੇ ਹਾਂ ਆਪਣੀ ਤਨਖਾਹ ਘਟਾ ਕੇ, ਇਸ ਕਰਕੇ ਮੈਨੂੰ ਨਹੀਂ ਲੱਗਦਾ ਲੋਕ ਪਰੇਸ਼ਾਨ ਹੋਣਗੇ। ਅਜਿਹਾ ਹੀ ਨਜ਼ਾਰਾ ਤੇ ਰੋ ਅੰਮ੍ਰਿਤਸਰ ਵਿਖੇ ਵੀ ਵੇਖਣ ਨੂੰ ਮਿਲਿਆ, ਜਿੱਥੇ ਕਿ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਵਿੱਚ ਬੈਂਕ ਮੁਲਾਜ਼ਮਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਜਟ ਸੈਸ਼ਨ ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਔਰ ਇੱਕ ਫਾਈਨਾਂਸ ਮਿਨਿਸਟਰ ਨੇ ਇੱਕ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਜਿਹੜਾ ਨਾ ਪਬਲਿਕ ਸੈਕਟਰ ਨੂੰ ਡਿਸਮੈਂਟਲ ਕਰ ਰਹੇ ਹਾਂ ਔਰ ਜਿਹੜੇ ਪਬਲਿਕ ਸੈਕਟਰ ਦੇ ਬੈਂਕਸ ਹੈ ਉਹਨਾਂ ਦੋਵਾਂ ਬੈਂਕਾਂ ਨੂੰ ਅਸੀਂ ਵੀ ਆਰ ਗੋਇੰਗ ਟੂ ਪ੍ਰਾਈਵੇਟਾਈਜ਼ ਪਬਲਿਕ ਸੈਕਟਰ ਬੈਂਕਸ। ਉਹਦੇ 'ਚ ਇੱਕ IDBI ਬੈਂਕ ਨੂੰ ਐਡੀਸ਼ਨਲ ਹੈ। ਅਸੀਂ ਇਸ ਜਿਹੜਾ ਡਿਸੀਜਨ ਹੈ, ਕਿਉਂਕਿ ਅਸੀਂ ਸਾਰੇ ਬੈਂਕਸ ਜਿਹੜੇ ਆ ਅੱਜ ਪ੍ਰੋਫਿਟ 'ਚ ਹੈ, ਕੋਈ ਵੀ ਬੈਂਕ ਘਾਟੇ 'ਚ ਨਹੀਂ ਹੈਗਾ। ਸਾਨੂੰ ਘਾਟੇ ਜੇ ਪ੍ਰਾਈਵੇਟਾਈਜ਼ ਕਰਨ, ਜੇ ਅਸੀਂ ਘਾਟੇ ਦੇ ਹੋਈਏ, ਅਸੀਂ ਕੰਮ ਨਾ ਕਰਦੇ ਹੋਈਏ, ਅਸੀਂ ਸੁਸਾਇਟੀ ਨੂੰ ਇੰਨਾ ਕੁਝ ਦਿੱਤਾ। ਔਰ ਇਹਦੀਆਂ ਜਿਹੜੀਆਂ ਮੰਗਾਂ ਮੋਦੀ ਸਾਹਿਬ ਵੀ ਜਾ ਕੇ, ਚਾਹੇ ਉਹ ਅਮਰੀਕਾ 'ਚ ਗਏ, ਜਿਸ ਕੰਟਰੀ 'ਚ ਵੀ ਗਏ ਆ, ਉੱਥੇ ਜਾ ਕੇ ਇਹਨਾਂ ਨੇ ਆਪਣਾ ਝੰਡਾ ਚਲਾਇਆ ਵੀ ਮੈਂ ਹਿੰਦੁਸਤਾਨ ਦੇ 50 ਕਰੋੜ ਜਨ ਖਾਤਾ ਖੋਲ੍ਹ ਲਿਆ, ਮੈਂ ਹਿੰਦੁਸਤਾਨ 'ਚ ਸਾਰੀ ਇਕਨੋਮਿਕ ਪਾਲਿਸੀ ਇੰਪਲੀਮੈਂਟ ਕਰ ਰਿਹਾ, ਇਹ ਅਟਲ ਪੈਨਸ਼ਨ ਯੋਜਨਾ ਕਰ ਰਿਹਾ, ਇਹ ਉਜਲਾ ਜਿਹੜੀ ਯੋਜਨਾ ਉਹਨੂੰ ਸ਼ੁਰੂ ਕਰ ਰਿਹਾ, 올ਡ ਏਜ ਪੈਨਸ਼ਨ ਦੇ ਰਿਹਾ, ਕ੍ਰੈਡਿਟ ਤੇ ਆਪ ਖਰਚ ਉਹਦਾ ਲੈ ਰਹੇ ਆ। ਪਰ ਇਹਦਾ ਰੋਲ ਸਾਰਾ ਜਿਹੜਾ ਬੈਂਕ ਇੰਪਲਾਈਜ਼ ਦਾ, ਕਿਉਂਕਿ ਪਬਲਿਕ ਜਿਹੜੀ ਪ੍ਰਾਈਵੇਟ ਸੈਕਟਰ ਬੈਂਕਸ ਹੈ, ਤੁਸੀਂ ਉਹ ਦੇਖੋ ਜਨ ਧਨ ਖਾਤਾ 45 ਕਰੋੜ ਦੇ ਕੋਲ ਖਾਤਾ ਖੋਲ੍ਹਿਆ, ਉਹਦੇ 'ਚੋਂ 43-44 ਕਰੋੜ ਜਿਹੜਾ ਉਹ ਪਬਲਿਕ ਸੈਕਟਰ ਬੈਂਕਸ ਨੇ ਖੋਲ੍ਹਿਆ। 1 ਕਰੋੜ 25 ਲੱਖ ਜਿਹੜਾ ਖਾਤਾ ਉਹ ਇਸ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਰੇਂਜ ਸੀ। ਔਰ ਤੁਸੀਂ ਦੇਖ ਲਓ ਵੀ ਜਿੰਨੀਆਂ ਗੌਰਮੈਂਟ ਦੀ ਪਾਲਿਸੀਜ਼ ਜਿਹੜੀਆਂ ਉਹ ਸਾਰੀ ਪਬਲਿਕ ਸੈਕਟਰ ਇੰਪਲੀਮੈਂਟ ਕਰਦਾ। ਇੰਪਲਾਇਮੈਂਟ ਜਿਹੜਾ ਉਹ ਅਸੀਂ ਜਨਰੇਟ ਕਰਦੇ, ਮੈਕਸਿਮਮ ਇੰਪਲਾਇਮੈਂਟ ਅੱਜ ਬੈਂਕਸ ਦੇ ਵਿੱਚ ਹਰ ਸਾਲ ਬੈਂਕ ਜਿਹੜਾ 25-30 ਹਜ਼ਾਰ ਬੰਦੇ ਨੂੰ ਰਿਕਰੂਟ ਕਰਦਾ। ਔਰ ਅੱਜ ਤੋਂ ਤੁਸੀਂ 8-10 ਸਾਲ ਪਹਿਲਾਂ ਦੇਖੋ ਬੈਂਕਸ ਤਕਰੀਬਨ ਲੱਖ ਬੰਦੇ ਨੂੰ ਇੰਪਲਾਇਮੈਂਟ ਜਨਰੇਟ ਕਰਦਾ ਸੀ। ਅੱਜ ਗੌਰਮੈਂਟ ਉਹ ਡਿਸਮੈਂਟਲ ਕਰਕੇ ਪਬਲਿਕ ਸੈਕਟਰ ਨੂੰ ਕਰਕੇ ਜਿੰਨੀਆਂ ਇੰਪਲਾਇਮੈਂਟ ਅਪਰਚੁਨਿਟੀਜ਼ ਹੈ, ਉਹ ਯੰਗਸਟਰ ਜਿਹੜਾ ਯੂਨੀਵਰਸਿਟੀ ਤੋਂ ਡਿਗਰੀਆਂ ਲੈ ਕੇ ਆਉਂਦਾ, ਉਹਨਾਂ ਸਾਰਿਆਂ ਨੂੰ ਇੱਕ ਇੰਪਲਾਇਮੈਂਟ ਤੋਂ ਜਿਹੜੀ ਉਹਨੂੰ ਵਾਂਝਿਆ ਕਰ ਰਹੀ ਹੈ ਗੌਰਮੈਂਟ ਦੀ। ਇਹ ਠੀਕ ਹੈ, ਇਹ ਇੱਕ ਗੌਰਮੈਂਟ ਦੀ ਪਾਲਿਸੀ ਹੈ ਵੀ ਅਸੀਂ ਜਿਹੜਾ ਨਾ ਉਹਨੂੰ ਸਰਕਾਰ ਚੱਲਦੀ ਹੈ ਪੈਸੇ ਦੇ ਨਾਲ, ਪਰ ਪੈਸੇ ਦੇ ਨਾਲ ਤੁਸੀਂ ਆਪਣਾ ਜਿਹੜੀ ਇਹ ਘਾਟੇ ਵਾਲੇ ਯੂਨਿਟ ਤੋਂ ਵੇਚੋ, ਜਿਹੜੇ ਆਲਰੇਡੀ ਪ੍ਰੋਫਿਟ ਜਾ ਰਿਹਾ ਤੁਹਾਨੂੰ ਇਨ ਦਾ ਸ਼ੇਪ ਆਫ ਡਿਵੀਡੈਂਡ ਅਸੀਂ ਤੁਹਾਨੂੰ ਰੀਪੇ ਵੀ ਕਰ ਰਿਹਾ। ਕਰੋੜਸ ਆਫ ਰੁਪੀਜ਼ ਪਬਲਿਕ ਸੈਕਟਰ ਬੈਂਕ ਹਰ ਸਾਲ ਸਰਕਾਰ ਨੂੰ ਡਿਵੀਡੈਂਡ ਦੇ ਸ਼ੇਪ ਵਿੱਚ ਦਿੰਦੇ, ਵਾਪਸ ਕਰਦੇ ਆ। ਔਰ ਤੁਸੀਂ ਉਹਨਾਂ ਨੂੰ ਹੀ ਤੁਸੀਂ ਜਿਹੜਾ ਤੁਸੀਂ ਖਾ ਰਹੇ ਹੋ, ਬੈਂਕਸ ਨੂੰ ਜਿਹੜੇ ਪ੍ਰਾਈਵੇਟ ਹੱਥਾਂ 'ਚ ਜਿਹੜੇ ਉਹ ਦੇ ਰਹੇ ਹੋ। ਔਰ ਉਹ ਵੀ ਜਿਹੜੇ ਕੋਈ ਪੂਰਾ ਉਹਦਾ ਮੁੱਲ ਨਹੀਂ ਪਾ ਰਹੇ। ਸਾਰੇ ਜਿਹੜੇ ਹਰ ਬੈਂਕ ਜਿਹਨੇ ਵੈਲਿਊਏਸ਼ਨ ਕਰਾ ਕੇ ਉਸ ਹਿਸਾਬ ਨਾਲ ਜਿਹੜੀ ਪ੍ਰਾਈਵੇਟ ਸੈਕਟਰ ਦੇ ਜਿਹੜੀਆਂ ਗੌਰਮੈਂਟ ਜਿਹੜੀ ਨੂੰ ਡਿਸਮੈਂਟਲ ਕਰ ਰਹੀ ਹੈ। ਅਸੀਂ ਤਾਂ ਇਹ ਡਿਮਾਂਡ ਕਰਦੇ ਹਾਂ ਵੀ ਜਿਹੜੇ ਪ੍ਰਾਈਵੇਟ ਸੈਕਟਰ ਬੈਂਕ ਆ ਉਹਨਾਂ ਨੂੰ ਵੀ ਸਟਰੈਂਥ ਕਰਕੇ ਉਹਨੂੰ ਵੀ ਪਬਲਿਕ ਸੈਕਟਰ 'ਚ ਕੀਤਾ ਜਾਵੇ, ਤਾਂ ਕਿ ਜਿਹੜੀ ਸੁਸਾਇਟੀ ਨੂੰ ਪਬਲਿਕ ਸੈਕਟਰ ਬੈਂਕਸ ਜਿਹੜੇ ਆ ਉਹ ਚੰਗੇ ਤਰੀਕੇ ਨਾਲ ਜਿਹੜੇ ਉਹਨੂੰ ਜਿਹੜਾ ਸਰਵ ਕਰ ਸਕਣ। ਮੰਗਾ ਸਾਡੀ ਇਹੀ ਵੀ ਇੱਕ ਤਾਂ ਜਿਹੜੀ ਆ ਗੌਰਮੈਂਟ ਦੀ ਮੂਵ ਹੈ, ਇਹਨੂੰ ਜਿਹੜੀ ਆ ਪ੍ਰਾਈਵੇਟਾਈਜ਼ ਦਾ ਪਬਲਿਕ ਸੈਕਟਰ ਬੈਂਕਸ ਇਹਨੂੰ ਵਾਪਸ ਲੈ। ਦੂਸਰਾ ਜਿਹੜੇ ਇਹ ਇਹਦਾ ਲੈ ਰਹੇ ਆ ਅਸੀਂ ਵੇਰੀਅਸ ਰਿਫਾਰਮਸ ਲੈ ਰਹੇ ਆ, ਚਾਹੇ ਉਹ ਇੰਪਲਾਈਜ਼ ਦੀ ਪਾਲਿਸੀਜ਼ ਹੈ, ਇੰਪਲਾਈਜ਼ ਦੀਆਂ ਜਿਹੜੀਆਂ ਇੰਡਸਟਰੀਜ਼ ਐਕਟ ਹੈ, ਕੋਈ ਜਿਹੜੇ ਫੈਕਟਰੀਜ਼ ਐਕਟ ਹੈ, ਜਿਹੜਾ ਆਪਣਾ ਵਰਕਮੈਨ ਕੰਪਨਸੇਸ਼ਨ ਐਕਟ ਹੈ, ਉਹਨਾਂ ਸਾਰਿਆਂ ਨੂੰ ਅਮੈਂਡਮੈਂਟਸ ਕਰ ਰਹੇ ਆ। ਇਲੀਗਲ ਤਰੀਕੇ ਨਾਲ ਟ੍ਰੇਡ ਯੂਨੀਅਨ ਐਕਟ ਹੈ ਉਹਨੂੰ ਅਮੈਂਡ ਕੀਤਾ ਜਾ ਰਿਹਾ। ਇਹਨਾਂ ਨੂੰ ਜਿਹੜਾ ਬੰਦ ਕੀਤਾ ਜਾਵੇ ਔਰ ਜਿਹੜੀਆਂ ਪਬਲਿਕ ਸੈਕਟਰ ਬੈਂਕਸ ਦਾ ਜਿਹੜਾ ਢਾਂਚਾ ਜਿਹੜਾ ਉਹਨੂੰ ਐਜ਼ ਇਟ ਇਜ਼ ਉਹਦਾ ਸਟੇਟਸ ਮੇਨਟੇਨ ਕੀਤਾ ਜਾਵੇ। ਜਿਹੜੇ ਪ੍ਰਾਈਵੇਟ ਬੈਂਕਸ ਹੈ ਉਹਨਾਂ ਨੂੰ ਵੀ ਪਬਲਿਕ ਸੈਕਟਰ 'ਚ ਕਨਵਰਟ ਕੀਤਾ ਜਾਵੇ। ਅਗਰ ਅੱਜ 2 ਦਿਨ ਦੀ ਅਸੀਂ ਹੜਤਾਲ ਕੀਤੀ ਹੈ, ਅੱਜ ਤਕਰੀਬਨ 10 ਲੱਖ ਬੈਂਕ ਕਰਮਚਾਰੀ ਸੜਕਾਂ ਦੇ ਉੱਪਰ ਹੈ। ਸਾਰਾ ਬੈਂਕਸ, ਕੋਈ ਸਰਕਾਰੀ ਬੈਂਕਸ, ਕੋਈ ਨੈਸ਼ਨਲਾਈਜ਼ ਬੈਂਕਸ ਹੈ, ਕੋਈ ਵੀ ਬ੍ਰਾਂਚ ਨਹੀਂ ਖੁੱਲੀ, ਕੋਈ ਜਿਹੜੀ ਹੈ ਇੱਕ ਨੋਟ ਇਵਨ ਸਿੰਗਲ ਇੰਪਲਾਈ ਹੈ ਜੁਆਇੰਟ ਦਾ ਬੈਂਕ। 10 ਲੱਖ ਕਰਮਚਾਰੀ ਅੱਜ ਸਟ੍ਰਾਈਕ 'ਤੇ ਹੈ। ਅਗਰ ਗੌਰਮੈਂਟ ਨੇ ਨਹੀਂ ਮੰਨੀ, ਸਾਡੀਆਂ ਮੰਗਾਂ ਨਾ ਮੰਨੀਆਂ, ਤੇ ਵੀ ਵਿਲ ਕੰਪੈਲ ਟੂ ਗੋ ਫਾਰ ਇੰਡੈਫੀਨਿਟ ਸਟ੍ਰਾਈਕ। ਅਸੀਂ ਜਾਵਾਂਗੇ, ਸੜਕਾਂ 'ਤੇ ਉਤਰਾਂਗੇ। ਇਸੇ ਕੜੀ ਦੇ ਵਿੱਚ ਅੱਜ ਫਰੀਦਕੋਟ ਦੇ ਰੇਲਵੇ ਸਟੇਸ਼ਨ ਤੇ ਟ੍ਰੇਡ ਯੂਨੀਅਨਾਂ ਵੱਲੋਂ ਭਾਰਤੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ 2 ਘੰਟੇ ਦੇ ਲਈ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇਸ਼ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਸੈਂਟਰ ਦੀਆਂ ਮੁਲਾਜ਼ਮ ਫੈਡਰੇਸ਼ਨਾਂ, ਸਟੇਟਾਂ ਦੀਆਂ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਮੋਦੀ ਸਰਕਾਰ ਵੱਲੋਂ ਜਿਹੜਾ ਦੇਸ਼ ਵੇਚਿਆ ਜਾ ਰਿਹਾ, ਮੈਂ ਸਮਝਦਾ ਮਤਲਬ ਕਿਹੜੀ ਚੀਜ਼ ਆਪਾਂ ਗਿਣ ਲਈਏ, ਬੰਦਰਗਾਹਾਂ ਵੇਚਤੀਆਂ, ਹਵਾਈ ਅੱਡੇ ਵੇਚਤੇ, ਰੇਲਾਂ ਵੇਚਤੀਆਂ, ਕੋਈ ਚੀਜ਼ ਛੱਡੀ ਨਹੀਂ। ਉਹ ਕਹਿੰਦੇ ਸ਼ਰੇਆਮ ਕਹਿੰਦੇ ਵੀ 4 ਮਹਿਕਮੇ ਛੱਡ ਕੇ ਸਾਰੇ ਵੇਚਦੇ ਨੇ। ਇੱਕ ਤਾਂ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ, ਦੂਜਾ ਜਿਹੜੀ ਮਹਿੰਗਾਈ ਲੱਕ ਤੋੜ ਕੀਤੀ ਹੈ, ਤੇਲ, ਪੈਟਰੋਲ, ਡੀਜ਼ਲ, ਗੈਸ ਦੀਆਂ ਕੀਮਤਾਂ 'ਚ ਅੰਤਾਂ ਦਾ ਵਾਧਾ ਕੀਤਾ, ਲੋਕਾਂ ਦਾ ਵਰਕਿੰਗ ਕਲਾਸ ਦਾ ਜਿਉਣਾ ਹਰਾਮ ਕੀਤਾ, ਉਹਦੇ ਵਿਰੁੱਧ। ਤੇ ਜਿਹੜੇ ਪਾਰਲੀਮੈਂਟ 'ਚ ਧੱਕੇ ਨਾਲ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਆ, ਨਾਲ ਹੀ 4 ਲੇਬਰ ਕੋਡ ਹੈ ਜਿਨ੍ਹਾਂ 'ਚ ਮੁਲਾਜ਼ਮਾਂ ਨੂੰ ਆ 1 ਅਪ੍ਰੈਲ ਤੋਂ ਲਾਗੂ ਹੋ ਜਾਣੇ ਆ। 12-12 ਘੰਟੇ ਕੰਮ ਲਿਆ ਜਾਣਾ। ਜਿਹੜੀ 100 ਸਾਲ 'ਚ ਮਜ਼ਦੂਰ ਜਮਾਤ ਨੇ ਪ੍ਰਾਪਤੀਆਂ ਕੀਤੀਆਂ ਸੀ 8 ਘੰਟੇ ਕੰਮ ਦੀ ਦਿਹਾੜੀ, ਤੇ ਉਹ ਕੰਮ ਦੀਆਂ ਹਾਲਤਾਂ ਜਿਹੜੀਆਂ ਚੰਗੀਆਂ ਹੋਣ, ਇਹ ਸਾਰੀਆਂ ਸਹੂਲਤਾਂ ਲਈਆਂ ਸੀ ਉਹ ਕੱਲੀਆਂ ਕਰਕੇ ਖੋਹੀਆਂ ਜਾ ਰਹੀਆਂ ਮੋਦੀ ਸਰਕਾਰ ਵੱਲੋਂ। ਸੋ ਅੱਜ ਦਾ ਐਕਸ਼ਨ ਜਿਹੜਾ ਸੀ ਟ੍ਰੇਡ ਯੂਨੀਅਨਾਂ ਦਾ, ਮੁਲਾਜ਼ਮਾਂ ਤੇ ਮਜ਼ਦੂਰਾਂ ਦਾ ਐਕਸ਼ਨ ਸੀ।
ਅਸੀਂ ਧੰਨਵਾਦੀ ਹਾਂ ਸੰਯੁਕਤ ਕਿਸਾਨ ਮੋਰਚੇ ਦੇ, ਉਹਨਾਂ ਨੇ ਸਮਰਥਨ ਕੀਤਾ ਹੈ ਦੇਸ਼ ਵਿਆਪੀ। ਤੇ ਆਉਣ ਵਾਲੇ ਦਿਨਾਂ 'ਚ ਮੁਲਾਜ਼ਮ ਮਜ਼ਦੂਰ ਤੇ ਕਿਸਾਨਾਂ ਦਾ ਏਕਾ ਤਗੜਾ ਕਰਕੇ ਮਜ਼ਬੂਤ ਕਰਕੇ ਇਹ ਮੋਦੀ ਜਿਹੜੇ ਨੇ ਤਾਨਾਸ਼ਾਹੀ ਰਾਜ ਕਾਇਮ ਕੀਤਾ ਦੇਸ਼ ਵਿੱਚ, ਇਹਦੇ ਨਾਲ ਟੱਕਰ ਲਈ ਜਾਊਗੀ। ਉਸੇ ਸੰਬੰਧ ਵਿੱਚ ਅੱਜ ਜਿਹੜੇ ਹੈ ਰੇਲਵੇ ਸਟੇਸ਼ਨਾਂ ਤੇ ਜਾਂ ਹੋਰ ਮਹੱਤਵਪੂਰਨ ਥਾਵਾਂ ਤੇ ਸੱਦਾ ਸੀਗਾ ਐਕਸ਼ਨ ਕਰਨੇ ਆ। ਉਸ ਸੰਬੰਧ 'ਚ ਫਰੀਦਕੋਟ ਦੀਆਂ ਜਥੇਬੰਦੀਆਂ ਸਾਰੀਆਂ ਇਹ ਅੱਜ ਦਾ ਐਕਸ਼ਨ ਕਰਨ ਆਈਆਂ। ਧੰਨਵਾਦ। ਅੱਜ ਪੂਰੇ ਦੇਸ਼ ਅੰਦਰ ਜਿਹੜਾ 26 ਨਵੰਬਰ ਨੂੰ ਟ੍ਰੇਡ ਯੂਨੀਅਨਾਂ ਨੇ ਇਕੱਤਰਤਾ ਕਰਕੇ ਪਹਿਲਾ ਪ੍ਰੋਗਰਾਮ ਦਿੱਤਾ ਸੀ ਦੇਸ਼ ਅੰਦਰ ਹੜਤਾਲ ਦਾ, ਜਿਹੜੀ 5 ਕਰੋੜ ਤੋਂ ਬਾਹਰ 25 ਕਰੋੜ ਲੋਕ ਉਸ ਹੜਤਾਲ 'ਚ ਸ਼ਾਮਲ ਹੋਏ ਸੀ। ਅੱਜ ਜੋ ਇਹ ਐਕਸ਼ਨ ਆਇਆ ਦੇਸ਼ ਦੀਆਂ ਪ੍ਰਮੁੱਖ 10 ਟ੍ਰੇਡ ਯੂਨੀਅਨਾਂ ਵੱਲੋਂ, ਉਹਦੇ ਆਲ ਇੰਡੀਆ ਸਟੇਟ ਗਵਰਨਮੈਂਟ EMPLOYEE ਫੈਡਰੇਸ਼ਨ, ਜਿੰਦੇ ਅਸੀਂ ਫੈਡਰੇਸ਼ਨ ਨਾਲ ਅਸੀਂ ਉਹਦੇ ਨੁਮਾਇੰਦੇ ਹਾਂ, ਨਾਲ ਜਿਹੜੀਆਂ ਬੈਂਕ ਦੀਆਂ ਜਥੇਬੰਦੀਆਂ ਨੇ, ਏਟਕ ਹੈ, ਇੰਟਕ ਹੈ, ਜੋ ਵੱਡੀਆਂ ਦੇਸ਼ ਦੀਆਂ ਜਥੇਬੰਦੀਆਂ, ਉਹਨਾਂ ਨੇ ਇਹ ਕਾਲ ਦਿੱਤੀ ਹੈ। ਕਿਉਂਕਿ ਲਗਾਤਾਰ ਜਿਹੜਾ ਪਿੱਛੇ 1 ਜਨਵਰੀ ਤੋਂ ਉਹਨਾਂ ਨੇ ਕਾਲ ਕੀਤੀ ਸੀ ਵੀ ਜਿਹੜੇ ਕਿਰਤ ਕਾਨੂੰਨ ਨੇ ਉਹ ਤੋੜ ਕੇ 44 ਨੂੰ 4 ਕਿਰਤ ਕੋਡਾਂ ਦੇ ਵਿੱਚ ਸ਼ਾਮਲ ਕਰਤਾ, ਜਿਹਦੇ 'ਚ ਮੁਲਾਜ਼ਮ ਦੀ ਸੁਰੱਖਿਆ ਬਿਲਕੁਲ ਖਤਮ ਕਰਤੀ, ਜਿਹਦੇ 'ਚ ਮੁਲਾਜ਼ਮਾਂ ਦੀਆਂ ਜੋ ਤਨਖਾਹਾਂ ਸੀ ਉਹ ਬਿਲਕੁਲ ਅੱਧੀਆਂ ਕਰਤੀਆਂ, 50% ਜ਼ਿਕਰ ਕਰਨਾ ਹੈ, EPF 'ਚ ਕਟੌਤੀ ਕਰਨੀ ਹੈ। ਜਿਹੜਾ ਇੰਪਲਾਇਰ ਸਾਡਾ DC ਜਾਂ ਕੋਈ ਅਫਸਰਸ਼ਾਹੀ ਹੁੰਦੀ ਸੀ, ਅਸੀਂ ਆਪਦਾ ਕੇਸ ਲੈ ਕੇ ਅਦਾਲਤਾਂ 'ਚ ਚਲੇ ਜਾਂਦੇ ਸੀ। ਹੁਣ ਜਿੱਦਾਂ ਕਿਸਾਨਾਂ ਦੇ ਬਿੱਲਾਂ ਵਾਂਗੂ ਸਾਨੂੰ ਵੀ ਇਹਨਾਂ ਨੇ DC SDM ਤੱਕ ਹੀ ਸੀਮਤ ਕਰਤਾ, ਔਰ ਜਿਹੜੀਆਂ ਰਜਿਸਟਰਡ ਪਾਵਰਾਂ ਨੇ ਉਹ ਇੱਥੋਂ ਦੇ ਇੱਕ ਹੌਲਦਾਰ ਨੂੰ ਦਿੱਤੀਆਂ ਜਾਣੀਆਂ, ਉਹ ਖੜ ਕੇ ਉੱਥੇ ਹੀ ਤੁਹਾਡਾ ਚਲਾਨ ਕੱਟ ਸਕਦਾ। ਟ੍ਰੇਡ ਯੂਨੀਅਨਾਂ ਬਣਾਉਣ ਦੇ ਜਿਹੜੇ ਅਧਿਕਾਰ ਨੇ ਸਾਨੂੰ ਅਸੀਂ ਲਏ ਸੀ ਲੜ ਕੇ, ਉਹ ਸਾਡੇ ਅਧਿਕਾਰ ਖੋਏ ਜਾ ਰਹੇ ਆ। ਸ਼ਨੀ ਐਤਵਾਰ ਦੀ ਜੋ ਸਾਨੂੰ ਛੁੱਟੀ ਮਿਲਦੀ ਆ, ਉਹਦੇ ਵਿੱਚ ਜਿਹੜੀ ਸ਼ਨੀਵਾਰ ਦੀ ਛੁੱਟੀ ਆ ਉਹ ਵੀ ਖਤਮ ਕੀਤੀ ਜਾ ਰਹੀ ਆ। ਇਹਦੇ ਵਿੱਚ ਮੋਦੀ ਸਰਕਾਰ ਤੇ ਜੋ ਕੈਪਟਨ ਦੀ ਸਰਕਾਰ ਆ, ਨੀਤੀ ਦੇ ਪੱਖ ਤੋਂ ਇੱਕੋ ਨੇ। ਜਿੱਥੇ ਕਿਸਾਨਾਂ ਦੇ ਵਿਰੋਧ ਦੇ ਨੂੰ ਚੱਲਦਿਆਂ ਇਹਨਾਂ ਨੇ ਪੰਜਾਬ ਦੀ ਗੌਰਮੈਂਟ ਨੇ ਇਹਦੇ ਖਿਲਾਫ ਮਤਾ ਪਾਇਆ, ਨਾਲ ਫੈਕਟਰੀ ਐਕਟ ਨੂੰ ਲਾਗੂ ਵੀ ਕੀਤਾ। ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਮੋਦੀ ਤੇ ਕਾਂਗਰਸ ਦੇ ਨੀਤੀ ਦੇ ਵਿੱਚ ਕੋਈ ਫਰਕ ਨਹੀਂ। ਆਉਣ ਵਾਲੇ ਦਿਨ ਮੁਲਾਜ਼ਮਾਂ, ਮਜ਼ਦੂਰਾਂ ਤੇ ਆਮ ਲੋਕਾਂ ਵਾਸਤੇ ਜਿਵੇਂ ਮਹਿੰਗਾਈ ਵੱਧ ਰਹੀ ਹੈ, ਰਸੋਈ ਗੈਸ ਵੱਧ ਰਿਹਾ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ, ਤਾਂ ਮੋਦੀ ਇਹ ਬਿਆਨ ਦੇ ਰਿਹਾ ਵੀ 4 ਅਦਾਰੇ ਅਸੀਂ ਰੱਖਣੇ ਆ, ਬਾਕੀ ਸਾਰੇ ਅਦਾਰੇ ਅਸੀਂ ਜਿਹੜੇ ਆ ਪ੍ਰਾਈਵੇਟੇਸ਼ਨ ਦੀ ਭੇਟ ਚੜਾ ਦੇਣੇ ਆ। ਅੱਜ ਉਸ ਨਿੱਜੀਕਰਨ ਦੇ ਵਿਰੋਧ 'ਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ। ਸੰਯੁਕਤ ਕਿਸਾਨ ਮੋਰਚਾ ਸਾਡੀ ਹਮਾਇਤ ਦੇ ਵਿੱਚ ਆ, ਤੇ ਆਉਣ ਵਾਲੇ ਦਿਨਾਂ ਅੰਦਰ ਜਿਹੜਾ 26 ਦਾ ਭਾਰਤ ਬੰਦ ਆ ਉਹਦੇ ਵਿੱਚ ਵੀ ਵੱਧ ਚੜ ਕੇ ਅਸੀਂ ਹਿੱਸਾ ਲਵਾਂਗੇ, ਤਾਂ ਜੋ ਲੋਕਾਂ ਦਾ ਜੋ ਪਬਲਿਕ ਸੈਕਟਰ ਉਹਨੂੰ ਬਚਾਇਆ ਜਾ ਸਕੇ। ਇਹ ਮੋਰਚਾ ਜੀ ਮਤਲਬ ਜਿਹੜੀਆਂ ਸਰਕਾਰ ਵੱਲੋਂ ਨੀਤੀਆਂ, ਪਾਲਿਸੀਆਂ ਮੁਲਾਜ਼ਮਾਂ ਦੇ ਖਿਲਾਫ, ਲੋਕਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਜੋ ਲਿਆਂਦੀਆਂ ਜਾ ਰਹੀਆਂ, ਉਸ ਦੇ ਰੋਸ ਵਜੋਂ ਸਾਰੀਆਂ ਹੀ ਮਤਲਬ ਮੁਲਾਜ਼ਮ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਮਤਲਬ ਰੱਖਿਆ ਸੀਗਾ। ਉਹਦੀ ਹਮਾਇਤ ਦੇ ਵਿੱਚ ਜਿਹੜਾ ਉਹ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਵੱਲੋਂ ਵੀ ਉਹਨਾਂ ਦੀ ਹਮਾਇਤ ਮਤਲਬ ਜਿਹੜੀ ਉਹ ਕੀਤੀ ਜਾ ਰਹੀ ਹੈ। ਇਸ ਕਰਕੇ ਅੱਜ ਮੁਲਾਜ਼ਮਾਂ ਵੱਲੋਂ, ਕਿਸਾਨਾਂ ਵੱਲੋਂ ਇਹ ਸਾਰਾ ਸਾਂਝਾ ਮਤਲਬ ਪ੍ਰੋਗਰਾਮ ਲਿਖਿਆ ਗਿਆ। ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਦੀ ਹਮਾਇਤ 'ਤੇ ਆਏ, ਇਹਨਾਂ ਦੇ ਸੱਦੇ 'ਤੇ, ਕਿਉਂਕਿ ਅੱਜ ਸਮੇਂ ਦੀ ਲੋੜ ਹੈ। ਕਿਉਂਕਿ ਕੋਈ ਵੀ ਵਰਗ ਆ ਜਿਹੜਾ ਉਹ ਸਰਕਾਰ ਦੀਆਂ ਨੀਤੀਆਂ ਤੋਂ ਬਚਿਆ ਨਹੀਂ ਹੈਗਾ, ਹਰ ਇੱਕ ਨੂੰ ਮਾਰ ਪੈ ਰਹੀ ਹੈ। ਇਸ ਕਰਕੇ ਸਮਾਂ ਮੰਗ ਕਰਦਾ ਕਿ ਇਕੱਠੇ ਹੋਇਆ ਜਾਵੇ, ਲੋਕਾਂ ਨੂੰ ਜਾਗਰਤ ਕੀਤਾ ਜਾਵੇ, ਸਾਂਝ ਵਧਾਈ ਜਾਵੇ। ਇਸ ਕਰਕੇ ਮਤਲਬ ਜਿਹੜਾ ਇਹ ਮੁਲਾਜ਼ਮਾਂ ਨੇ ਪਹਿਲ ਕਦਮੀ ਕਰਕੇ ਇਹਨਾਂ ਨੂੰ ਇੱਕ ਇਕੱਠੇ ਕਰਨ ਦਾ ਇੱਕ ਜ਼ਰੀਆ ਮਤਲਬ ਜਿਹੜਾ ਇਹ ਚੁਣਿਆ ਹੈਗਾ, ਤੇ ਅੱਜ ਅਸੀਂ ਇਕੱਠੇ ਹੋ ਕੇ ਇਸ ਏਕਤਾ ਨੂੰ ਹੋਰ ਅੱਗੇ ਵਧਾਵਾਂਗੇ। ਉਥੇ ਗੁਰਹਰ ਸਹਾਇ ਦੇ ਵਿੱਚ PSEB EMPLOYEES ਫੈਡਰੇਸ਼ਨ ਉਪਮੰਡਲ ਸ਼ਹਿਰੀ ਅਤੇ ਸਬ ਅਰਬਨ ਗੁਰਹਰ ਸਹਾਇ ਦੇ ਸਾਥੀਆਂ ਵੱਲੋਂ ਗੁਰਹਰ ਸਹਾਇ ਦੇ ਦਫ਼ਤਰ ਦੇ ਬਾਹਰ ਪੂਰਨ ਸਿੰਘ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਨਿੱਜੀਕਰਨ ਦੇ ਵਿਰੁੱਧ ਬੈਂਕ EMPLOYEES ਯੂਨੀਅਨ ਦੇ ਵੱਲੋਂ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਵਿੱਚ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਅੱਜ ਨਿੱਜੀਕਰਨ ਤੇ ਕਾਰਪੋਰੇਟਰਾਂ ਵਿਰੋਧੀ ਦਿਨ ਦੀ ਹਮਾਇਤ ਵਿੱਚ ਦਫ਼ਤਰ ਦੇ ਬਾਹਰ ਕਾਲੇ ਬਿੱਲੇ ਲਗਾ ਕੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਬੈਂਕ ਮੁਲਾਜ਼ਮਾਂ ਦੇ ਹੜਤਾਲ ਕੀਤੀ ਜਾ ਰਹੀ ਹੜਤਾਲ ਦੇ ਵਿਰੋਧ ਵਿੱਚ ਹਮਾਇਤ ਵਿੱਚ ਅੱਜ ਆਪਾਂ ਜਿਹੜਾ ਹੈਗਾ ਰੋਸ ਰੈਲੀ ਕਰ ਰਹੇ ਹਾਂ। ਸੈਂਟਰ ਸਰਕਾਰ ਲਗਾਤਾਰ ਜਿਹੜੀ ਹੈ ਮੁਲਾਜ਼ਮ ਵਿਰੋਧੀ ਨੀਤੀ ਅਪਣਾ ਕੇ ਮੁਲਾਜ਼ਮਾਂ ਨੂੰ ਜਿਹੜੀ ਹੈ ਉਹ ਖੱਜਲ ਖੁਆਰ ਕਰ ਰਹੀ ਹੈ। ਅਸੀਂ ਸੈਂਟਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਮੁਲਾਜ਼ਮ ਦੇ ਹੱਕ ਆ ਉਹ ਬਰਕਰਾਰ ਰੱਖੇ ਜਾਣ। ਜਿਹੜੇ ਨਵੇਂ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਨੂੰ ਪੁਰਾਣੇ ਸਕੇਲ ਤੇ
ਪੁਰਾਣੇ ਪੈਨਸ਼ਨ ਤੇ ਉਹਨਾਂ ਨੂੰ ਭਰਤੀ ਕੀਤਾ ਜਾਵੇ ਤੇ ਉਹਨਾਂ ਨੂੰ ਬਣਦਾ ਹੱਕ ਜਿਹੜੀ ਆ ਜਲਦੀ ਤੋਂ ਜਲਦੀ ਦਿੱਤਾ ਜਾਵੇ। ਕੀ ਨਾਮ ਹੈ ਤੁਹਾਡਾ? ਕੀ ਨਾਮ ਹੈ? ਮੇਰਾ ਨਾਮ ਧਰਮਦੇਵ ਰਾਮ। ਸਰਕਾਰ ਜਿਹੜੇ ਕਿ ਆਪਣੇ ਜਿਹੜੇ ਬੈਂਕ ਨੇ ਇਹਨਾਂ ਨੂੰ ਪ੍ਰਾਈਵੇਟ ਜਿਹੜੇ ਸਾਡੇ ਸਾਥੀਆਂ ਮੁਲਾਜ਼ਮਾਂ ਪ੍ਰਾਈਵੇਟ ਬੈਂਕ ਕਰ ਰਹੇ ਨੇ, ਅਸੀਂ ਤਾਂ ਇਹ ਜਾਣਿਆ ਜਿਹੜੇ ਪ੍ਰਾਈਵੇਟ ਬੈਂਕ ਨੇ ਇਹ ਪ੍ਰਾਈਵੇਟ ਕਦੇ ਨਹੀਂ ਹੋਣੇ ਚਾਹੀਦੇ, ਕਿਉਂਕਿ ਇਹਦੇ 'ਚ ਸਾਰਿਆਂ ਦੀਆਂ ਹੀ ਸਹੂਲਤਾਂ ਨੇ। ਇਹਦੇ ਵਿੱਚ ਆਪਣੇ ਜ਼ਿਮੀਂਦਾਰ ਅੱਗੇ ਸੌ ਆਪਣੇ ਲੋਨ ਲੈ ਕੇ ਆਦੇ ਕੰਮ ਪਾਰ ਕਰ ਸਕਦਾ ਸੀ, ਜਿਹੜੇ ਕਿ ਇਹ ਮੁਲਾਜ਼ਮਾਂ ਨੂੰ ਅੱਜ ਹੀ ਪਰ ਸਰਕਾਰ ਜਿਹੜੀ ਖੱਜਲ ਖੁਆਰ ਕਰ ਰਹੀ ਹੈ। ਜੋ ਬੰਦੇ ਹੱਕ ਨੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਤੇ ਉਹਨਾਂ ਨੂੰ ਪ੍ਰਾਈਵੇਟ ਇਹਨਾਂ ਹੱਥਾਂ 'ਚ ਨਾ ਕੀਤਾ। ਜੇਕਰ ਸਰਕਾਰ ਨਹੀਂ ਕਰਦੀ ਫਿਰ ਤੁਸੀਂ ਕੀ ਕਰੋਗੇ? ਜੇ ਸਰਕਾਰ ਨਹੀਂ ਕਰਦੀ ਸਭ ਕੁਝ ਤੁਹਾਨੂੰ ਨਹੀਂ ਸਰਕਾਰ ਨਹੀਂ ਕਰੇਗੀ, ਅਸੀਂ ਜਿਹੜੇ ਸੈਂਟਰ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਅੱਜ ਉਹ ਹੜਤਾਲ ਤੇ ਬੈਠੇ ਨੇ ਸਾਥੀ, ਅਸੀਂ ਉਹਨਾਂ ਦੇ ਮਿਹਨਤ ਤੇ ਸਾਥੀ 2 ਦਿਨ ਵਾਸਤੇ ਅਸੀਂ ਕਾਲੇ ਬਿੱਲੇ ਲਾ ਕੇ ਜਿਹੜੇ ਕਿ ਸਰਕਾਰ ਦਾ ਆਦਾ ਪੂਰਾ ਪ੍ਰਦਰਸ਼ਨ ਪ੍ਰਗਟ ਕਰਦੇ ਪਏ ਹਾਂ ਵੀ ਅਸੀਂ ਕਰਦੇ ਰਵਾਂਗੇ ਇਹਨਾਂ ਦੇ ਹੱਕ ਵਿੱਚ। ਜੈ ਜਨਤਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਮੇਸ਼ ਸਿੰਘ ਜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।